महिला राखवेंकरण ਅਤੇ ਹੱਦਬੰਦੀ ਦੇ ਨਾਲ जुड़े ਤਿੰਨੇ ਬਿੱਲਾਂ ਤੇ ਲੋਕ ਸਭਾ ਦੇ ਵਿੱਚ ਅੱਜ ਵੀ ਜਾਰੀ ਰਹੇਗੀ ਚਰਚਾ। ਸਦਨ ਦੇ ਵਿੱਚ ਜਵਾਬ ਦੇਣਗੇ ਅਮਿਤ ਸ਼ਾਹ। ਸ਼ਾਮ 4 ਵਜੇ ਤਿੰਨਾਂ ਬਿੱਲਾਂ ਤੇ ਹੋਵੇਗੀ ਵੋਟਿੰਗ। ਹੱਦਬੰਦੀ ਨੂੰ ਲੈ ਕੇ ਪੀਐਮ ਮੋਦੀ ਦਾ ਵੱਡਾ ਬਿਆਨ। ਬੋਲੇ ਡਿਲੀਮਿਟੇਸ਼ਨ ਦੇ ਨਾਂ ਤੇ ਕਿਸੇ ਵੀ ਸੂਬੇ ਦੇ ਨਾਲ ਨਹੀਂ ਹੋਵੇਗਾ ਭੇਦਭਾਵ। ਇਹ ਮੇਰਾ ਵਾਅਦਾ ਤੇ ਮੇਰੀ ਗਾਰੰਟੀ। लोक सभा ਦੇ ਵਿੱਚ गृह मंत्री अमित शाह ਦਾ ਬਿਆਨ। ਬੋਲੇ ਹੱਦਬੰਦੀ ਦੇ ਨਾਲ ਕਿਸੇ ਵੀ ਸੂਬੇ ਦੀਆਂ ਨਹੀਂ ਘਟਣਗੀਆਂ ਸੀਟਾਂ। 850 ਸੀਟਾਂ ਰਾਉਂਡ ਫਿਗਰ ਪਰ 816 ਜ਼ਰੂਰੀ ਹੋ ਸਕਦੀਆਂ ਨੇ। ਹੱਦਬੰਦੀ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਸਵਾਲ ਬਰਕਰਾਰ। ਕਿਹਾ ਆਬਾਦੀ ਦੇ ਹਿਸਾਬ ਦੇ ਨਾਲ ਸੀਟਾਂ ਦੀ ਵੰਡ। ਪੰਜਾਬ ਦੇ ਨਾਲ ਹੋਵੇਗੀ ਨਾ ਇਨਸਾਫੀ। ਲੋਕ ਸਭਾ ਦੇ ਵਿੱਚ ਘਟੇਗੀ ਸੂਬੇ ਦੀ ਨੁਮਾਇੰਦਗੀ। ਪੰਜਾਬ ਦੇ ਵਿੱਚ ਗੁਆਂਢੀ ਸੂਬਿਆਂ ਦੇ ਨਾਲੋਂ ਵੱਧ ਹੋਇਆ ਕਣਕ ਦਾ नुकसान। FCI ने केंद्र ਨੂੰ ਭੇਜੀ ਆਪਣੀ ਰਿਪੋर्ट। 80% ਚਮਕਹੀਣ ਅਤੇ ਟੁੱਟੇ ਤੇ ਸੁੰਗੜੇ ਦਾਣਿਆਂ ਦਾ 20% ਤੱਕ ਛੋਟ ਦੀ ਕੀਤੀ ਸਿਫਾਰਿਸ਼। ਸੂਬੇ ਭਰ ਦੇ ਵਿੱਚ ਅੱਜ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ। 12 ਤੋਂ ਲੈ ਕੇ 3 ਵਜੇ ਤੱਕ ਟਰੈਕ ਤੇ ਧਰਨਾ ਦੇਣਗੇ। ਕਣਕ ਖਰੀਦ ਦੇ ਵਿੱਚ ਹੋ ਰਹੀ ਦੇਰੀ ਦਾ ਕਾਰਨ ਹੈ ਵਿਰੋਧ। ਪੰਜਾਬ ਕੈਬਨਿਟ ਦੀ ਆਮ ਬੈਠਕ ਅੱਜ ਸਵੇਰੇ 9:30 ਵਜੇ ਚੰਡੀਗੜ੍ਹ ਦੇ ਵਿੱਚ ਸੀਐਮ ਰਿਹਾਇਸ਼ ਤੇ ਹੋਏਗੀ ਮੀਟਿੰਗ। ਕਈ ਅਹਿਮ ਫੈਸਲਿਆਂ ਤੇ ਲੱਗ ਸਕਦੀ ਹੈ ਮੁਹਰ। ਅੱਜ ਅੰਮ੍ਰਿਤਸਰ ਦੌਰੇ ਤੇ ਮੁੱਖ ਮੰਤਰੀ ਭਗਵੰਤ ਮਾਨ ਅਟਾਰੀ ਦੇ ਵਿੱਚ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਰੱਖਣਗੇ ਨੀਂਹ ਪੱਥਰ। ਵਿਸ਼ਾਲ ਰੈਲੀ ਨੂੰ ਵੀ ਕਰਨਗੇ ਸੰਬੋਧਨ। ਮੰਡੀਆਂ ਦੇ ਦੌਰੇ ਤੇ ਸੁਖਬੀਰ ਬਾਦਲ ਅੱਜ ਬਠਿੰਡਾ ਤੇ ਮਲੋਟ ਦੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੇ ਨਾਲ ਕਰਨਗੇ ਰਾਬਤਾ। ਕੱਲ ਖੰਨਾ ਮੰਡੀ ਦੇ ਵਿੱਚ ਜਾਣਿਆ ਸੀ ਕਿਸਾਨਾਂ ਦਾ ਹਾਲ। ਅੱਜ ਗਵਰਨਰ ਦੇ ਪਠਾਨਕੋਟ ਦੌਰੇ ਦਾ ਦੂਜਾ ਦਿਨ। ਅੱਜ ਵੀ ਕਈ ਸਮਾਗਮਾਂ ਦੇ ਵਿੱਚ ਹੋਣਗੇ ਸ਼ਾਮਲ। ਨਸ਼ੇ ਨੂੰ ਲੈ ਕੇ ਨੌਜਵਾਨਾਂ ਨੂੰ ਕਰ ਰਹੇ ਜਾਗਰੂਕ। MP ਅਮਰਿਤਪਾਲ ਸਿੰਘ ਬਾਰੇ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ। ਸਰਕਾਰ ਨੇ NSA ਖਤਮ ਹੋਣ ਤੋਂ ਬਾਅਦ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖੇ ਜਾਣ ਦੀ ਕੀਤੀ ਅਪੀਲ। ਅਮਰਿਤਪਾਲ ਦੇ ਵਕੀਲ ਅੱਜ ਦੇਣਗੇ ਜਵਾਬ। इस न्यूज हेडलाइंस के प्रायोजक पतंजलि गाय का घी, माँ का भरोसा, प्यार से परोसा। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ਜੋਤ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਵੋਗੇ। ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਪੇਸ਼ ਹੋਏ ਤਿੰਨੇ ਬਿੱਲਾਂ ਤੋਂ ਤਾਂ ਅੱਜ ਦੂਜੇ ਦਿਨ ਵੀ ਤਿੰਨੇ ਬਿੱਲਾਂ ਤੇ ਇਹ ਚਰਚਾ ਜਾਰੀ ਰਹੇਗੀ। ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਦੇ ਨਾਲ ਜੁੜੇ ਬਿੱਲਾਂ ਤੇ ਜਿਹੜੀ ਹੈ ਚਰਚਾ ਹੋਏਗੀ। ਅੱਜ ਸਦਨ ਦੇ ਵਿੱਚ ਦੱਸ ਦਈਏ ਕਿ ਅਮਿਤ ਸ਼ਾਹ ਜਵਾਬ ਦੇਣਗੇ। ਸ਼ਾਮ ਨੂੰ 4 ਵਜੇ ਜੋ ਹੈ ਉਹ ਤਿੰਨਾਂ ਬਿੱਲਾਂ ਤੇ ਇਹ ਵੋਟਿੰਗ ਹੋਣੀ ਹੈ। ਹਾਲਾਂਕਿ ਜ਼ਿਕਰ ਖਾਸ ਹੈ ਕਿ ਬੀਤੇ ਦਿਨ PM ਮੋਦੀ ਦੇ ਵੱਲੋਂ ਜਿਹੜਾ ਜਵਾਬ ਹੈ ਉਹ ਦਿੱਤਾ ਗਿਆ ਸੀ, ਸੰਬੋਧਨ ਕੀਤਾ ਗਿਆ ਸੀ। ਆਪਣੀ ਗੱਲ ਜਿਹੜੀ ਹੈ ਸਦਨ ਦੇ ਵਿੱਚ ਰੱਖੀ ਗਈ ਸੀ। ਤਾਂ ਕੱਲ ਤਿੰਨੇ ਬਿੱਲਾਂ ਤੇ ਚਰਚਾ ਦੇ ਲਈ ਸਪੀਕਰ ਨੇ ਜਿਹੜਾ ਹੈ 15 ਘੰਟੇ ਦਾ ਸਮਾਂ ਰੱਖਿਆ ਸੀ। ਹਾਲਾਂਕਿ ਵਿਰੋਧੀਆਂ ਤੋਂ ਜਦੋਂ ਪੁੱਛਿਆ ਗਿਆ ਤਾਂ ਇਹ ਵੀ ਹਾਸੇ ਲਹਿਜ਼ੇ ਦੇ ਵਿੱਚ ਸਪੀਕਰ ਨੇ ਕਿਹਾ ਕਿ ਤੁਸੀਂ ਸਾਰੀ ਰਾਤ ਇੱਥੇ ਬੈਠੇ ਰਹਿ ਸਕਦੇ ਹੋ ਜੇਕਰ ਚਰਚਾ ਨੂੰ ਲੈ ਕੇ ਇਸ ਤਰੀਕੇ ਨੇ ਘੰਟਿਆਂ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਇਹ ਬਿੱਲ ਤਿੰਨੇ ਪੇਸ਼ ਹੋਏ ਨੇ ਬੀਤੇ ਦਿਨੀ ਔਰ ਅੱਜ ਵੀ ਇਸ ਤੇ ਚਰਚਾ ਜਾਰੀ ਰਹੇਗੀ। ਸਾਲਾਂ ਤੋਂ ਦੇਸ਼ ਦੀ ਸੱਤਾ 'ਚ ਦਬਦਬਾ ਬਣਾ ਕੇ ਬੈਠਾ NDA ਆਪਣੀ ਸਰਕਾਰ ਦੇ ਕਾਰਜਕਾਲ 'ਚ ਵੱਡੇ ਫੈਸਲੇ ਤਾਂ ਲੈ ਰਿਹਾ ਹੈ, ਪਰ ਵਿਰੋਧੀਆਂ ਦੇ ਵਿਰੋਧ ਦਾ ਸਾਹਮਣਾ ਵੀ ਉਸ ਨੂੰ ਕਰਨਾ ਪੈ ਰਿਹਾ ਹੈ। ਤਿੰਨ ਬਿੱਲਾਂ 'ਚੋਂ ਸਭ ਤੋਂ ਜ਼ਿਆਦਾ ਚਰਚਾ 'ਚ ਹੱਦਬੰਦੀ ਬਿੱਲ 2026 ਰਿਹਾ, ਜਿਸ ਨੂੰ ਪੇਸ਼ ਕੀਤਾ ਗਿਆ। मैं आज एक जिम्मेवारी से कहना चाहता हूं कि निर्णय प्रक्रिया किसी के साथ भी भेदभाव नहीं करेगी। ये निर्णय प्रक्रिया किसी के साथ अन्याय नहीं करेगी। ਹੁਣ ਤੁਹਾਨੂੰ ਦੱਸਾਂਗੇ ਕਿ ਕੌਣ ਇਸ ਦੇ ਹੱਕ 'ਚ ਹੈ ਤੇ ਕੌਣ ਵਿਰੋਧ 'ਚ। ਕਾਂਗਰਸ ਪਾਰਟੀ ਮਹਿਲਾ ਰਾਖਵਾਂਕਰਨ ਦੇ ਹੱਕ 'ਚ, ਹੱਦਬੰਦੀ ਦੇ ਵਿਰੋਧ 'ਚ। ਆਮ ਆਦਮੀ ਪਾਰਟੀ ਮਹਿਲਾ ਰਾਖਵਾਂਕਰਨ ਦੇ ਹੱਕ 'ਚ, ਹੱਦਬੰਦੀ ਦੇ ਵਿਰੋਧ 'ਚ। ਸ਼੍ਰੋਮਣੀ ਅਕਾਲੀ ਦਲ ਮਹਿਲਾ ਰਾਖਵਾਂਕਰਨ ਦੇ ਹੱਕ 'ਚ, ਹੱਦਬੰਦੀ ਦੇ ਵਿਰੋਧ 'ਚ। BJP ਮਹਿਲਾ ਰਾਖਵਾਂਕਰਨ ਦੇ ਹੱਕ 'ਚ ਤੇ ਹੱਦਬੰਦੀ ਦੇ ਹੱਕ 'ਚ। ਸੀਐਮ ਵੱਲੋਂ ਹੱਦਬੰਦੀ ਬਿੱਲ ਦਾ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਨਿਰਪੱਖ ਤਰੀਕੇ ਨਾਲ ਹੱਦਬੰਦੀ ਹੋਵੇ, ਸਿਆਸੀ ਲਾਹੇ ਲਈ ਇਸ ਦਾ ਇਸਤੇਮਾਲ ਨਾ ਹੋਵੇ। ਮਹਿਲਾ ਰਾਖਵੇਂਕਰਨ ਦੇ ਸਮਰਥਨ ਦੀ ਮੁੜ ਉਹਨਾਂ ਦੇ ਵੱਲੋਂ ਗੱਲ ਦੁਹਰਾਈ ਗਈ। ਜਾਂ ਫਿਰ ਕੋਈ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਇਸ ਇਲਾਕੇ 'ਚੋਂ ਅਸੀਂ ਜਿੱਤਦੇ ਹਾਂ, ਇਸ ਇਲਾਕੇ 'ਚੋਂ ਜ਼ਿਆਦਾ ਵਧਾ ਦਿਓ, ਇਸ ਇਲਾਕੇ 'ਚੋਂ ਅਸੀਂ ਨਹੀਂ ਜਿੱਤਦੇ, ਇਸ ਇਲਾਕੇ ਨੂੰ ਕਹਿ ਦਿਓ ਕਿ ਹਾਂ ਤੁਹਾਡੀ ਪਾਪੂਲੇਸ਼ਨ ਕੰਟਰੋਲ 'ਚ ਹੈ ਤੇ ਨਾਲੇ ਸ਼ਾਬਾਸ਼ ਵੀ ਦੇ ਦਿਓ ਤਾਂ ਇਹਨੂੰ ਨੁਕਸਾਨ ਵੀ ਕਰ ਦਿਓ।
खराब करके ये सीट बढ़ाने का जो ड्रामा चल रहा है कि भाजपा को जहाँ जहाँ लगता है हम वहाँ से जीतेंगे वहाँ नए वोट बनवाती है, भाजपा को जहाँ जहाँ लगता है कि यहाँ से हम हार जाएंगे तो वहाँ वोट कटवा देती है, लाखों करोड़ों वोट कटवा दिए उसने। भाजपा को जहाँ जहाँ लगता है कि इस एरिया में तो हम जीतते हैं वहाँ सीट बढ़वा देगी। भाजपा को जहाँ जहाँ लगता है कि इस एरिया में हम जीतते नहीं है वहाँ पे लोकसभा की सीटें तक कमज़ोर करा देगी। तो ये तो संविधान की हत्या है। ਉੱਥੇ ਅਕਾਲੀ ਦਲ ਨੇ ਵੀ ਹੱਦਬੰਦੀ ਦਾ ਵਿਰੋਧ ਕੀਤਾ। ਸੁਖਬੀਰ ਸਿੰਘ ਬਾਦਲ ਬੋਲੇ, ਮਹਿਲਾ ਰਿਜ਼ਰਵੇਸ਼ਨ ਬਿੱਲ ਤੇ ਅਸੀਂ ਕੇਂਦਰ ਦੇ ਨਾਲ ਹਾਂ ਪਰ ਡੀਲਿਮਿਟੇਸ਼ਨ ਦੇ ਨਾਲ ਨਹੀਂ। ਡੀਲਿਮਿਟੇਸ਼ਨ ਪੋਪੂਲੇਸ਼ਨ ਬੇਸਿਸ ਤੇ ਨਹੀਂ ਹੋ ਸਕਦੀ। ਜੋ ਆਪਣੇ ਕਾਨੂੰਨ ਹੈ ਦੇਸ਼ ਦਾ ਇੱਕ ਫੈਡਰਲ ਸੈਟਅਪ ਹੈ, ਜੇ ਕਰਨਾ ਹੈ ਤਾਂ ਸਾਰਿਆਂ ਵਾਸਤੇ ਸੇਮ ਨੰਬਰ ਆਫ ਪਰਸੈਂਟੇਜ ਨਾਲ ਸੀਟਾਂ ਇੰਕਰੀਜ਼ ਹੋਣੀ ਚਾਹੀਦੀਆਂ। ਦਰਅਸਲ ਵਿਰੋਧੀਆਂ 'ਚ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਸਿਆਸੀ ਭਵਿੱਖ ਦੀ ਚਿੰਤਾ ਵੱਧ ਗਈ ਹੈ। ਵਿਰੋਧੀਆਂ ਦੇ ਮਨਾਂ 'ਚ ਖਦਸ਼ਾ ਇਹ ਹੈ ਕਿ ਸੂਬੇ ਦੇ ਨਾਲ ਇਸ ਦੇ ਨਾਲ ਭੇਦਭਾਵ ਹੋਵੇਗਾ, ਜਿਸ ਤੇ ਪ੍ਰਧਾਨ ਮੰਤਰੀ ਨੇ ਵੀ ਔਨ ਦਾ ਫਲੋਰ ਗਾਰੰਟੀ ਦਿੱਤੀ। ਹੁਣ ਸਵਾਲ ਹੈ ਕਿ ਵਿਰੋਧੀਆਂ ਦੇ ਖਦਸ਼ੇ ਸੱਚੇ ਹਨ ਜਾਂ ਫਿਰ ਵੱਡੇ ਵਿਰੋਧ ਵੱਲ ਇਸ਼ਾਰਾ ਕਰਦੇ ਹਨ। ਪਰ ਹੱਦਬੰਦੀ ਕਾਫੀ ਹੱਦ ਤੱਕ ਦੇਸ਼ ਦੀ ਰਾਜਨੀਤੀ ਦੇ ਸੂਰਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇਗੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ ਹਰਿਆਣਾ। एजुकेशन अमेंडमेंट एक्ट की गल है मैडम, ਅਸੀਂ ਇਸ ਦਾ ਵਿਰੋਧ ਕਰਦੇ ਹਾਂ ਔਰ ਬੜਾ ਬੁਨਿਆਦੀ ਕਾਰਨ ਹੈ ਜਿਹੜੇ ਛੋਟੇ ਸੂਬੇ ਆ ਖਾਸ ਕਰ ਪੰਜਾਬ ਵਰਗੇ। ਦੇਖੋ ਪੰਜਾਬ ਬੇਸ਼ੱਕ ਛੋਟਾ ਸੂਬਾ ਹੈ ਲੇਕਿਨ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਸੀ ਤੇ ਸਭ ਤੋਂ ਵੱਧ ਕੁਰਬਾਨੀਆਂ ਅਸੀਂ ਦਿੱਤੀਆਂ, ਲੇਕਿਨ ਰਾਜਨੀਤਿਕ ਨੁਮਾਇੰਦਗੀ ਸਾਡੀ ਇਸ ਹਾਊਸ ਘੱਟ ਹੋਣ ਕਰਕੇ, ਕਮੀ ਹੋਣ ਕਰਕੇ ਸਭ ਤੋਂ ਪਹਿਲਾਂ ਤੇ ਸਾਡੀ ਆਪਣੀ ਰਾਜਧਾਨੀ ਖੋਲੀ, ਚੰਡੀਗੜ੍ਹ ਸਾਡੇ ਤੋਂ ਖੋਲਿਆ ਗਿਆ। ਉਸ ਤੋਂ ਬਾਅਦ ਹੁਣ ਅੱਜ ਦੀ ਸਰਕਾਰ ਨੇ ਜਿਹੜਾ ਭਾਖੜਾ ਡੈਮ ਹੈ ਜਿੱਥੇ ਹਮੇਸ਼ਾ ਪੰਜਾਬ ਦੀ ਜਿਹੜਾ ਨੁਮਾਇੰਦਗੀ ਪੰਜਾਬ ਦੇ ਅਫਸਰ ਕਰਦੇ ਰਹੇ ਆ, ਉੱਥੋਂ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਜਾ ਰਹੀ ਹੈ। ਸੋ ਮੇਰਾ ਇਸ ਗੱਲ ਤੇ ਵਿਰੋਧ ਹੈ ਕਿ ਜਿਹੜਾ ਡੀਲਿਮਿਟੇਸ਼ਨ ਬਿੱਲ ਲੈ ਕੇ ਆਈ ਹੈ ਸਰਕਾਰ, ਇਹਦੇ ਰਾਹੀਂ ਛੋਟੇ ਸੂਬਿਆਂ ਨੂੰ ਖਾਸ ਕਰ ਪੰਜਾਬ ਵਰਗੇ ਸੂਬਿਆਂ ਨੂੰ ਰਾਜਨੀਤਿਕ ਰਿਪਰੈਜ਼ੈਂਟੇਸ਼ਨ ਉਹਨਾਂ ਦੀ ਜਿਹੜੀ ਹੈ ਉਹ ਬਹੁਤ ਕਮਜ਼ੋਰ ਹੋ ਸਕਦੀ ਹੈ। ਤਾਂ ਇਹ ਗੱਲ ਰੱਖੀ ਗਈ। ਉਧਰ ਮਹਿਲਾ ਰਾਖਵਾਂਕਰਨ ਬਿੱਲ ਤੇ ਪੀਐਮ ਮੋਦੀ ਦੀ ਦੋ ਟੂਕ ਸਾਹਮਣੇ ਆਈ। ਉਹਨਾਂ ਨੇ ਕਿਹਾ ਕਿ ਜੋ ਵਿਰੋਧ ਕਰੇਗਾ ਉਹ ਲੰਮੇ ਸਮੇਂ ਤੱਕ ਕੀਮਤ ਚੁਕਾਵੇਗਾ। ਉਹਨਾਂ ਨੇ ਕਿਹਾ ਔਰ ਸਮੇਂ ਦੀ ਮੰਗ ਹੈ ਕਿ ਮਹਿਲਾ ਰਾਖਵਾਂਕਰਨ 'ਚ ਹੁਣ ਦੇਰੀ ਨਾ ਹੋਵੇ। ਵਿਰੋਧ ਕਰਨ ਵਾਲੇ ਬਿੱਲ ਤੇ ਕਾਲਾ ਟਿੱਕਾ ਲਗਾ ਰਹੇ ਨੇ। ਉਹਨਾਂ ਨੇ ਕਿਹਾ ਚੰਗੇ ਕੰਮ ਤੇ ਕਾਲਾ ਟਿੱਕਾ ਲੱਗ ਜਾਵੇ ਤਾਂ ਨਜ਼ਰ ਨਹੀਂ ਲੱਗਦੀ। ਤਾਂ ਮਹਿਲਾ ਰਾਖਵਾਂਕਰਨ ਕਿਸੇ ਸਿਆਸੀ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ, ਇਹ ਬਿੱਲ ਦੇਸ਼ ਹਿੱਤ ਦੇ ਵਿੱਚ ਹੋਏਗਾ। ਪੀਐਮ ਨੇ ਕਿਹਾ ਮਹਿਲਾ ਰਿਜ਼ਰਵੇਸ਼ਨ ਨੂੰ ਸਿਆਸੀ ਰੰਗ ਦੇਣ ਦੀ ਲੋੜ ਨਹੀਂ ਹੈ, ਤਾਂ ਬਿੱਲ ਦਾ ਸਾਥ ਦਿਓ ਤਾਂ ਕਿ ਸਿਆਸੀ ਨੁਕਸਾਨ नहीं है इसका, क्योंकि और ਲੱਖਾਂ ਮਹਿਲਾਵਾਂ ਲੀਡਰ ਬਣ ਚੁੱਕੇ। ਉਹਨਾਂ ਨੇ ਕਿਹਾ ਮਹਿਲਾਵਾਂ ਦੀ ਸਿਆਸੀ ਲੀਡਰਸ਼ਿਪ ਨੂੰ ਅਪਣਾਉਣਾ ਹੋਏਗਾ। ਇਸ ਬਿੱਲ ਨੂੰ ਸਿਆਸੀ ਤੱਕੜੀ ਦੇ ਨਾ ਤੋਲਿਆ ਜਾਵੇ ਔਰ ਨੀਅਤ ਦੇ ਵਿੱਚ ਖੋਟ ਨੂੰ ਨਾਰੀ ਸ਼ਕਤੀ ਮਾਫ ਨਹੀਂ ਕਰੇਗੀ। ਇਸ ਤਰੀਕੇ ਨਾਲ ਪੀਐਮ ਮੋਦੀ ਨੇ ਗੱਲ ਰੱਖੀ। हम सब भाग्यवान हैं कि हमें ऐसे महत्वपूर्ण और देश की आधी आबादी को इस राष्ट्र निर्माण की नीति निर्धारण प्रक्रिया में हिस्सेदार बनाने का सौभाग्य मिल रहा है। ये हम लोगों के लिए सौभाग्य है और मैं चाहता हूं कि मेरे सभी माननीय सांसद, मैं इधर उधर की आज बात करना नहीं चाहता हूं, हम सभी सांसद इस महत्वपूर्ण अवसर को जाने न दे। देश की राजनीति की भी उसके रूप स्वरूप को तो तय करने ही करने वाला है, लेकिन ये देश की दिशा और दशा भी तय करने वाला है। इतने महत्वपूर्ण मोड़ पर हमारे देश में जब से विमेन रिजर्वेशन को लेकर के चर्चा हुई है और उसके बाद जब जब चुनाव आया है, हर चुनाव में महिलाओं को मिलने वाले इस अधिकार का जिसने विरोध किया है, जिसने विरोध किया है, देश की महिलाओं ने उन्हें माफ नहीं किया है। उनका हाल बुरे से बुरा किया है। लेकिन यह भी देखिए कि 24 के चुनाव में ऐसा नहीं हुआ।
क्यों नहीं हुआ? ये इसलिए नहीं हुआ कि 24 में सबने सहमति इसको पारित किया, तो ये विषय ही नहीं रहा। किसी के पक्ष में पॉलिटिकल फायदा नहीं हुआ, किसी का नुकसान भी नहीं हुआ। सहज रूप से जो मुद्दे थे, उन मुद्दों के आधार पर चुनाव लड़ा, क्योंकि 24 में सब साथ में थे। कुछ लोग यहां है, कुछ लोग नहीं है, लेकिन सब साथ में थे। देखिए, इसका अगर विरोध करेंगे तो स्वाभाविक है कि राजनीतिक लाभ मुझे होगा, लेकिन साथ चलेंगे तो किसी को भी नहीं होगा, ये लिख के रखो। किसी को नहीं रहेगा, क्योंकि एक फिर अलग पहलू हो जाता है, फिर किसी को फायदा नहीं होता। और इसलिए हमें क्रेडिट नहीं चाहिए। जैसे ये पारित हो जाए, मैं कल एडवर्टाइजमेंट दे करके सबका धन्यवाद करने के लिए तैयार हूं। कोई भी महिला आपको बता देगी कि बार बार बहकाने वाले पुरुषों को महिलाएं झट से पहचान लेती हैं। थोड़ी सावधानी बरत लीजिए, पकड़े जाएंगे। और फील्ड में मुझे लगता है वुमेन आगे हैं कि पॉलिटिक्स ही एक फील्ड था जिसमें वुमेन काफ़ी पीछे थी, लेडीज़ पीछे थी। सो इस बिल के साथ मुझे लगता है अब जो वुमेन्स कम थी पॉलिटिक्स में, अब वो कमी भी पूरी हो जाएगी और रिप्रेजेंटेशन है जो वुमेन का पॉलिटिक्स में वो बढ़ेगा। वो सरपंच चुनी जाए, चाहे वो कॉरपोरेशन में पार्टिसिपेट कर रही हों, कई जगह मेयर बनी हुई हैं अपनी वुमेन्स। सो पंजाब में बड़ा पॉजिटिव माहौल है, वुमेन आगे होके पॉलिटिक्स में पार्टिसिपेट कर रही हैं। 11 लेडीज़ को टिकट मिली थी और 11 की 11 जीत के एमएलए बनी। हमारे लिए बड़ी गर्व की बात है, खुशी की बात है कि वुमेन का रिप्रेजेंटेशन जो बढ़ रहा है, और मुझे लगता है कि इससे एक पॉजिटिव माहौल आएगा। मुझे लगता है कोई भी फील्ड हो जिसमें इक्वालिटी ना हो तो उसमें मोनोपोली हो जाती है। अगर आदमी ज़्यादा होते हैं तो मनमर्जी भी करते हैं, हम औरतों की सुनी भी कम जाती है। मुझे लगता है कि अब जो वो बैलेंस हो जाएगा। एडा बड़ा इनकलाब वर्गा, जिमें मैं समझदा नरेंद्र मोदी जी साडियां मावां लई, साडियां भैणां लई एडा बड़ा इनकलाब जिहड़ा आ रहा है, ते ओनू भी रोकदे आ। ਇਹ ਕਿਹਦੇ ਹੋਣਗੇ? ਨਾ ਆਪਣੀਆਂ ਮਾਵਾਂ ਦੇ ਆ, ਨਾ ਆਪਣੇ ਭੈਣਾਂ ਦੇ ਆ, ਕਿਸੇ ਦਾ ਤਾਂ ਸੋਚ ਲੈਣ ਯਾਰ, ਕਿਸੇ ਦਾ ਤਾਂ ਸੋਚ ਲੈਣ। ਨਰਿੰਦਰ ਮੋਦੀ ਜੀ ਇਹ ਐਡਾ ਬੜਾ ਫੈਸਲਾ ਕਰ ਰਹੇ ਆ, ਜਿਹੜਾ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਨੂੰ ਪਿੱਛੇ ਰੱਖਿਆ ਗਿਆ, ਉਹ ਆਪਣੀ ਤਕਦੀਰ ਦਾ ਬਹਿ ਕੇ ਪਾਰਲੀਮੈਂਟ 'ਚ ਉਹ ਆਪ ਲਿਖਣਗੀਆਂ, ਕਿਸੇ ਦੇ ਹੱਥ ਨਾਲ ਨਹੀਂ। ਧੰਨਵਾਦ। ਤਾਂ ਹੱਦਬੰਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਵੱਡਾ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਕਿਸੇ ਵੀ ਸੂਬੇ ਦੀਆਂ ਸੀਟਾਂ ਜਿਹੜੀਆਂ ਨੇ ਉਹ ਘਟਣਗੀਆਂ ਨਹੀਂ, ਦੱਖਣ ਦੇ ਸੂਬਿਆਂ ਦੀ ਸ਼ਕਤੀ ਵਧੇਗੀ। ਉਹਨਾਂ ਨੇ ਕਿਹਾ ਡਿਲਿਮਿਟੇਸ਼ਨ ਦੇ ਨਾਲ ਦੱਖਣ ਦੇ ਸੂਬਿਆਂ ਨੂੰ ਫਾਇਦਾ ਹੋਏਗਾ। ਤਾਂ ਤਮਿਲਨਾਡੂ ਦੇ ਵਿੱਚ ਸੀਟਾਂ ਜਿਹੜੀਆਂ ਨੇ 39 ਤੋਂ ਵੱਧ ਕੇ 59 ਹੋਣਗੀਆਂ। ਦੱਖਣ ਦੀਆਂ ਸੀਟਾਂ 129 ਤੋਂ ਵੱਧ ਕੇ 195 ਹੋ ਜਾਣਗੀਆਂ। ਇਸ ਤੋਂ ਇਲਾਵਾ ਕੇਰਲ ਦੇ ਵਿੱਚ ਉਹਨਾਂ ਨੇ ਕਿਹਾ ਕਿ 20 ਤੋਂ ਵੱਧ ਕੇ 30 ਸੀਟਾਂ ਹੋ ਜਾਣਗੀਆਂ। 850 ਉਹਨਾਂ ਨੇ ਕਿਹਾ ਕਿ ਰਾਉਂਡ ਫਿਗਰ ਹੈ, 816 ਸੀਟਾਂ ਹੋ ਸਕਦੀਆਂ ਨੇ। ਡਿਲਿਮਿਟੇਸ਼ਨ ਕਮਿਸ਼ਨ ਦੇ ਵਿੱਚ ਕੋਈ ਬਦਲਾਅ नहीं है। मैं स्पष्टता से कह देता हूं कि ये डिलिमिटेशन कमीशन की जो रिपोर्ट तभी लागू होगी जब पार्लियामेंट इसको स्वीकार करके करेगी और राष्ट्रपति महोदय इस पर अपना मंजूरी का मोहर लगाएंगे। तो ये 2029 के पहले होने का सवाल नहीं है। 29 तक भी जो चुनाव होंगे वो सारे पुरानी सीटों पर ही होंगे, पुरानी व्यवस्था में होंगे। तो अखिलेश जी को भी डरने की जरूरत नहीं है। यहाँ 27 की बात करें, यहाँ हालांकि वो जीतेंगे नहीं है, वो अलग बात है, मगर डरने की जरूरत नहीं है। हमने डिलिमिटेशन कमीशन एक्ट के अंदर कोई बदलाव नहीं किया है। फुल स्टॉप कोमा में आपका डिलिमिटेशन कमीशन एक्ट को हमने रिपीट किया है। अगर आपने उस वक्त मैनिपुलेशन किया है तो मैं इतना कह सकता हूं, आप कह रही हो कि इससे मैनिपुलेशन होगा, तो आपने अगर उस वक्त ये एक्ट का उपयोग कर कर मैनिपुलेशन किया होगा तो मैं इतना कर सकता हूं कि हम नहीं करेंगे। और मैं कुछ नहीं कह सकता। 850 का जो आंकड़ा है वो इस तरह से बना है कि काल्पनिक रूप से सोच ले कि 100 सीटें हैं, अगर 33% माताओं को, मातृशक्ति को आरक्षण देना है तो उसमें
50% बढ़ाते हैं तो सीटें होती है 150, और 150 जब होती है इसका 33% करते हैं तो 100 सीटें ऑटोमेटिकली हो जाती हैं। जो 543 सदस्य बैठे हैं इसमें 50% वृद्धि होगी। इसका 33% जब माताओं के लिए रिजर्व हो जाएगा तब 543 की 43 ओपन सीटें होगी जहां पर भी महिलाएं लड़ सकती। तो ये 50% इस तरह से आया है, और 850 है वो राउंड ऑफ फिगर है, 816 एग्जैक्ट संख्या होगी। ये फिर से पूछेंगे कि ऐसा क्यों किया है, तो अभी भी राउंड ऑफ फिगर जो है ये 543 नहीं है, 543 से ज्यादा ही है। ਅੱਗੇ ਵਧਾਂਗੇ ਗੱਲ ਕਰਾਂਗੇ ਪੰਜਾਬ ਦੇ ਕਿਸਾਨਾਂ ਦੀ। ਤਾਂ ਪੰਜਾਬ ਦੇ ਕਿਸਾਨਾਂ ਨੂੰ ਜਲਦ ਰਿਆਇਤ ਮਿਲ ਸਕਦੀ ਹੈ। ਜੀ ਹਾਂ, ਐਫਸੀਆਈ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਣਕ ਖਰੀਦ ਦੇ ਵਿੱਚ ਛੋਟ ਦੀ ਜਿਹੜੀ ਹੈ ਉਹ ਸਿਫਾਰਿਸ਼ ਕੀਤੀ ਹੈ, ਔਰ ਐਫਸੀਆਈ ਨੇ ਕੇਂਦਰ ਨੂੰ ਜਿਹੜੀ ਆਪਣੀ ਰਿਪੋਰਟ ਭੇਜੀ ਹੈ ਤਾਂ 80% ਤੱਕ ਬਦਰੰਗ ਜਿਹੜਾ ਕਣਕ ਹੈ ਦਾ ਦਾਣਾ ਹੈ ਉਸ ਦੀ ਖਰੀਦਣ ਦੀ ਸਿਫਾਰਿਸ਼ ਕੀਤੀ ਗਈ ਹੈ। 20% ਤੱਕ ਸੁੰਗੜੇ ਤੇ ਟੁੱਟੇ ਦਾਣੇ ਦੀ ਖਰੀਦ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। ਕੇਂਦਰੀ ਟੀਮਾਂ ਨੇ ਦੱਸਿਆ ਕਿ 22 ਜ਼ਿਲ੍ਹਿਆਂ ਦੇ ਵਿੱਚੋਂ ਕਣਕ ਦੇ ਸੈਂਪਲ ਲਏ ਨੇ। ਪੰਜਾਬ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਨਾਲੋਂ ਜ਼ਿਆਦਾ ਨੁਕਸਾਨ ਹੋਇਆ ਹੈ। ਹਰਿਆਣਾ 'ਚ 70% तक ਅਤੇ ਰਾਜਸਥਾਨ ਦੇ ਵਿੱਚ 50% ਤੱਕ ਫਸਲ ਜਿਹੜੀ ਹੈ ਬਦਰੰਗ ਹੋਈ ਹੈ। ਤਾਂ ਕੁੱਲ ਮਿਲਾ ਕੇ ਟੀਮਾਂ ਜਿਹੜੀਆਂ ਨੇ ਉਹ ਪਹੁੰਚੀਆਂ ਸਨ ਪੰਜਾਬ ਦੇ ਵਿੱਚ, ਔਰ ਸੈਂਪਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਲਏ ਗਏ ਨੇ, ਜਿਸ ਤੋਂ ਬਾਅਦ ਰਿਆਇਤ ਦੀ ਜਿਹੜੀ ਹੈ ਉਹ ਹੁਣ ਸੰਭਾਵਨਾ ਵੱਧ ਚੁੱਕੀ ਹੈ, ਔਰ ਕਿਤੇ ਨਾ ਕਿਤੇ ਪ੍ਰਤੀਸ਼ਤ ਦੇ ਹਿਸਾਬ ਦੇ ਨਾਲ ਇਹ ਰਿਆਇਤ ਦਿੱਤੀ ਜਾਏਗੀ। उधर अज किसानां दा रेल रोको अंदोलन है। सूबे भर दे विच दस्सिए कि रेलवे दा चक्का जाम किया जाएगा। दोपहर 12 बजे तो लैके 3 बजे तक का समा रखा गया है। रेलवे ट्रैकां ते धरने दिते जाणगे। कणक खरीद दे विच दस्सिए कि हो रही देरी दे विरोध दे विच प्रदर्शन जिहड़ा कीता जा रहा सो लैके चेतावनी दी गई सी। तां जेकर मंगां ना मन्नियां उन्होंने कहा कि हर रोज यह अंदोलन तेज होएगा। संयुक्त किसान मोर्चा गैर सियासी ਅਤੇ KMM ਦੇ ਵੱਲੋਂ ਸਾਂਝਾ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾਣਾ ਹੈ। ਤਾਂ ਅੱਜ ਰੇਲਾਂ ਰੋਕੀਆਂ ਜਾਣਗੀਆਂ। ਤਾਂ ਕਿੱਥੇ ਰੇਲਵੇ ਦਾ ਚੱਕਾ ਜਾਮ ਹੋਏਗਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਗ੍ਰਾਫਿਕ ਦੇ ਜ਼ਰੀਏ। ਦੱਸਦੇ ਕਿ ਅੰਮ੍ਰਿਤਸਰ ਦੇਵੀਦਾਸਪੁਰਾ ਹੈ ਰੇਲਵੇ ਟਰੈਕ। ਇਸ ਤੋਂ ਇਲਾਵਾ ਸੰਗਰੂਰ ਦੇ ਸੁਨਾਮ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਦਸੂਹਾ ਰੇਲਵੇ ਸਟੇਸ਼ਨ ਹੈ, ਕਪੂਰਥਲਾ ਦੇ ਵਿੱਚ ਹੁਸੈਨਪੁਰ ਨੇੜੇ ਰੇਲ ਕੋਚ ਫੈਕਟਰੀ ਹੈ, ਫਗਵਾੜਾ रेलवे स्टेशन है, बरनाला रेलवे स्टेशन है, तरनताਰਨ रेलवे स्टेशन ਅਤੇ ਮੋਗਾ रेलवे स्टेशन, जगराओं रेलवे स्टेशन, पटियाला रेलवे स्टेशन, मानसा रेलवे स्टेशन, फिरोजपुर टैंका वाली बस्ती दे रेलवे स्टेशन ते और मलेरकोटला अहमदगढ़ रेलवे स्टेशन ते पठानकोट पिंड परमानंद है उत्थे तरना होएगा। जलंधर शाहकोट रेलवे स्टेशन ते बठिंडा दे विच रामपुरा फूल है रेलवे स्टेशन, लुधियाना दे विच सानेवाल रेलवे स्टेशन है, फाजिलका दे विच रेलवे स्टेशन है, मुक्तसर मलोट दे विच रेलवे स्टेशन है, गुरदासपुर रेलवे स्टेशन। इन्हां वख-वख सारे ही स्टेशनां ते जिहड़ा धरना है वो अज दिता जाएगा। आगे बढ़ांगे उधर पंजाब कैबिनेट की अज अहम बैठक है। चंडीगढ़ के दस्सिए कि सीएम रिहायश से मीटिंग होएगी। सवेरे 9:30 बजे बैठक होगी। कई अहम फैसलों से मोहर जी लग सकती है। तो पंजाब कैबिनेट की अहम बैठक है जिसनों लैके नजर टिकिया हुई ने कि आखिरकार की कुछ फैसले जोड़े ने किए जाएंगे। तो चंडीगढ़ के सीएम रिहायश से बैठक होएगी। सवेरे 9:30 बजे का समा है, यानी कि ठीक 2 घंटे बाद ये मीटिंग जी है होने जा रही है और देखना होगा कि कुछ इस फैसले होंगे, क्योंकि कैबिनेट के आम लोगों के लिए और वख-वख स्कीमां जिहड़ियां ने उसनूं लैके मोहर लाई जाती है। वख-वख कामां नूं मोहर जिहड़ा है उसका लगा के असली रूप अमली रूप जिहड़ा पहनाया जाता, अमली जामा पहनाया जाता। उधर अज अमृतसर दौरे तेरे मुख्यमंत्री भगवंत मान अटारी दे विच लिंक सड़कां दे नवीनीकरण दा नींह पत्थर रखा जाएगा। रैली नूं भी संबोधन करनगे मुख्यमंत्री मान। दस्सिए कि वख-वख थाई रोजाना ही जिहड़े प्रोग्राम ने मिथे हुए ने और वख-वख थाई पहुंचदे ने, रैली नूं संबोधन करदे ने। विकास कार्जां दी शुरुआत जिहड़ी कीती जांदी है तां अमृतसर दा अज दौरा है। अमृतसर दे विच पहुंचणगे और अटारी दे विच लिंक सड़कां दे नवीनीकरण दा नींह पत्थर रखा जाएगा। उधर अमृतपाल नूं डिब्रूगढ़ जेल दे विच रखण वाली पटीशन ते अज सुनवाई है। अज पंजाब सरकार की पटीशन ते दस्सिए कि हाई कोर्ट दे विच सुनवाई होएगी। पंजाब सरकार ने हाई कोर्ट नूं अपील कीती हुई है। एनएसए खत्म होने तो बाद भी
ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਨੂੰ ਰੱਖਿਆ ਜਾਵੇ। ਕਿਹਾ ਗਿਆ ਹੈ ਅੰਮ੍ਰਿਤਪਾਲ ਦੇ ਵਕੀਲ ਅੱਜ ਕੋਰਟ ਦੇ ਵਿੱਚ ਆਪਣਾ ਜਵਾਬ ਦੇਣਗੇ। ਹਾਲਾਂਕਿ ਕੱਲ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਵੀ ਕੀਤੀ ਮਾਨ ਸਿੰਘ ਖਾਰਾ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦਾ ਇਹ ਭਰੋਸਾ ਹੈ ਕਿ ਬਿਲਕੁਲ ਕੋਰਟ ਦੇ ਵੱਲੋਂ ਜਿਹੜਾ ਹੈ ਉਹਨਾਂ ਦੀ ਜਿਹੜੀ ਗੱਲ ਹੈ ਸੁਣੀ ਜਾਵੇਗੀ, ਕਿਉਂਕਿ ਜਿਸ ਤਰੀਕੇ ਦੇ ਨਾਲ सांसद बनने तो बाद होर भी ज़्यादा मजबूत हुई है। अमृतपाल के समर्थकों की गल की जाए उन्होंने पार्टी का जिक्र कर रहे थे, तो कुल मिला के कि कुछ रहेगा देखना होगा, क्योंकि पंजाब सरकार का कहना है कि NSA खत्म हो गया, उस तो बाद भी असम की डिब्रूगढ़ जेल के ही अमृतपाल को रखा जाए। ਵਾਰਸ ਪੰਜਾਬ ਦੇ ਮੁਖੀ ਤੇ ਖਡੂਰ ਸਾਹਿਬ ਦੇ ਸਾਂਸਦ ਅੰਮ੍ਰਿਤਪਾਲ ਸੰਧੂ ਦੇ ਖਿਲਾਫ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਕਾਇਆ। ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਹਾਲੇ ਹੋਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਖੁਦ ਤੇ ਲੱਗੇ NSA ਸੰਬੰਧੀ ਅੰਮ੍ਰਿਤਪਾਲ ਨੂੰ ਹਾਈ ਕੋਰਟ ਤੋਂ ਝਟਕਾ ਲੱਗਿਆ। ਹਾਈ ਕੋਰਟ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਆਖਿਰ ਪੰਜਾਬ ਦੀ ਸਰਕਾਰ ਹਾਈ ਕੋਰਟ ਗਈ ਕਿਉਂ ਹੈ? ਦਰਅਸਲ ਅੰਮ੍ਰਿਤਪਾਲ ਤੋਂ NSA ਜਲਦ ਖਤਮ ਹੋ ਰਿਹਾ ਹੈ। 14 ਤੋਂ ਵੱਧ ਮੁਕੱਦਮਿਆਂ ਦੇ ਵਿੱਚ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਸਕਦੀ ਹੈ, ਤਾਂ ਡਿਬਰੂਗੜ੍ਹ ਦੇ ਵਿੱਚ ਰੱਖਣ ਦੇ ਲਈ ਦੋਹਾਂ ਸਰਕਾਰਾਂ ਦੀ ਸਹਿਮਤੀ ਵੀ ਬਣ ਚੁੱਕੀ ਹੈ। MP ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸੋਚ ਇੱਕ ਬੜੀ ਡਿਵੈਲਪਮੈਂਟ ਓਰੀਐਂਟਡ ਹੈ ਜੀ। ਉਹ ਪੰਜਾਬ ਦੇ ਬਿਹਤਰ ਭਵਿੱਖ ਦੇ ਲਈ ਉਹ ਤਤਪਰ ਨੇ ਤੇ ਉਹ ਕਿਸੇ ਵੀ ਇਸ ਚੀਜ਼ ਦਾ ਉਹ ਕੋਈ ਸਹਿਮਤੀ ਨਹੀਂ ਦਿੰਦੇ ਵੀ ਤੁਸੀਂ ਲਾਓ ਗੁਰੂ ਘਰਾਂ 'ਚ ਬੇਅਦਬੀ ਕੋਈ ਇਹੋ ਜੀ ਚੀਜ਼ ਹੈ। ਇਹ ਸਿਰਫ ਔਰ ਸਿਰਫ ਇੱਕ ਫਾਲਸ ਪ੍ਰੋਪੇਗੈਂਡਾ ਉਹਨਾਂ ਦੇ ਵਿਰੁੱਧ ਜੀ। ਆਖਿਰਕਾਰ ਅੰਮ੍ਰਿਤਪਾਲ ਤੇ ਲੱਗੇ NSA ਦੇ ਕੀ ਕੁਝ ਮਾਇਨੇ ਨੇ? ਦਰਅਸਲ ਹੁਣ ਤੱਕ ਅੰਮ੍ਰਿਤਪਾਲ ਤੇ 3 ਸਾਲਾਂ ਤੋਂ NSA ਲੱਗਿਆ ਰਿਹਾ ਹੈ। ਅਪ੍ਰੈਲ 2023 ਦੇ ਵਿੱਚ NSA ਲਗਾਇਆ ਗਿਆ, 2024 ਦੇ ਵਿੱਚ ਇਸ ਨੂੰ ਵਧਾ ਦਿੱਤਾ ਗਿਆ ਅਤੇ 2025 ਦੇ ਵਿੱਚ ਵੀ ਤੀਜੀ ਵਾਰ ਅੰਮ੍ਰਿਤਪਾਲ ਤੇ NSA ਵਧਿਆ। ਜੇਕਰ NSA ਖਤਮ ਹੋਇਆ ਤਾਂ ਵੱਡੀ ਗਿਣਤੀ ਵਿੱਚ ਜਿਨ੍ਹਾਂ ਮੁਕੱਦਮਿਆਂ ਨੂੰ ਲੈ ਕੇ ਵੱਡੀ ਚਰਚਾ ਹੈ, ਜਿਨ੍ਹਾਂ ਵਿੱਚ ਇਰਾਦਾ ਕਤਲ, ਯੁਆਪਾ ਸਣੇ ਕਈ ਪਰਚਿਆਂ ਵਿੱਚ ਪੰਜਾਬ ਦੀ ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਤਾਂ ਕਰ ਸਕਦੀ ਹੈ, ਪਰ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਪਾਲ ਦਾ ਪੰਜਾਬ ਆਉਣ ਦਾ ਸਫ਼ਰ ਲਗਭਗ ਪੱਧਰਾ ਹੋ ਰਿਹਾ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਦਾ ਟ੍ਰਾਂਸਫਰ ਆਫ ਪ੍ਰਿਜ਼ਨਰਸ ਐਕਟ ਦਾ ਸਹਾਰਾ ਲੈ ਕੇ ਰੋਕਣ ਦਾ ਕੰਮ ਕੀਤਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਗੇ ਵਧਾਂਗੇ, ਗੱਲ ਕਰਾਂਗੇ ਬੇਅਦਬੀ ਦੇ ਖਿਲਾਫ ਬਿੱਲ ਦੀ, ਜਿਸ ਤੇ ਗਵਰਨਰ ਦਾ ਵੱਡਾ ਬਿਆਨ ਆਇਆ ਹੈ। ਗਵਰਨਰ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਮੇਰੇ ਕੋਲ ਅਜੇ ਕੋਈ ਬਿੱਲ ਨਹੀਂ ਆਇਆ। ਵਿਧਾਨ ਸਭਾ ਦੇ ਵਿੱਚ ਪਾਸ ਹੋ ਚੁੱਕਿਆ ਨਜ਼ਦੀਕੀ ਬਿੱਲ ਔਰ 13 ਅਪ੍ਰੈਲ ਨੂੰ ਇਹ ਬਿੱਲ ਜਿਹੜਾ ਬੇਅਦਬੀ ਦੇ ਖਿਲਾਫ ਕਾਨੂੰਨ ਦਾ ਬਿੱਲ ਜਿਹੜਾ ਹੈ ਭੇਜਿਆ ਗਿਆ ਸੀ ਔਰ ਉਸ ਨੂੰ ਲੈ ਕੇ ਗਵਰਨਰ ਦਾ ਕਹਿਣਾ ਕਿ ਅਜੇ ਤੱਕ ਉਹਨਾਂ ਦੇ ਕੋਲ ਕੋਈ ਬਿੱਲ ਨਹੀਂ ਆਇਆ, ਕਿਉਂਕਿ ਜੇਕਰ ਗਵਰਨਰ ਦੀ ਮੋਹਰ ਲੱਗਦੀ ਹੈ ਤਾਂ ਉਸ ਹਿਸਾਬ ਦੇ ਨਾਲ ਜੋ ਪੰਜਾਬ ਸਰਕਾਰ ਕਹਿ ਰਹੀ ਹੈ ਇਹ ਬਿੱਲ ਜਿਹੜਾ ਹੈ ਕਾਨੂੰਨ ਦਾ ਰੂਪ ਧਾਰਨ ਕਰ ਲਵੇਗਾ। राज्य के मुख्यमंत्री द्वारा हस्त से एक बात बोली जा रही है कि जो धार्मिक ग्रंथ है जो कि बेअदबी करेगा उसको लेकर कानून बनाए गए हैं। क्या वो बिल आपके पास आया, आपके द्वारा पास कर दिया गया? देखो, मेरे पास जो भी बिल आएगा मैं उसको देख करके निश्चित पास करते हैं, क्योंकि बिल पेश करने के पहले एक बार वो हमसे कंसेंट लेते हैं, तो मोटे मोटे रूप में तो हम उनको देखते हैं, लेकिन जब हाउस पास कर देता है उसके बाद जब आता है तब हम उसको दोबारा देखते हैं। अगर हमें लगता है कि उसमें कोई और चेंज है तो हम उनको राय देते हैं, और उसके बाद अगर हमारी बिल्कुल मंशा ही नहीं बनती कि ये कानून नहीं बनना चाहिए तो हम फिर आगे राष्ट्रपति को भेजते हैं कि भाई आप इसमें देखो। पर ऐसा मेरे यहाँ कोई पेंडिंग बिल आज की तारीख में ਤਾਂ ਨਸ਼ਾ ਮੁਕਤੀ ਦਾ ਜ਼ਿਕਰ ਕਰ ਰਹੇ ਜਿਸ ਤੇ ਪੰਜਾਬ ਤੇ ਬੋਲੇ ਨਸ਼ਾ ਮੁਕਤ ਪੰਜਾਬ ਤੇ ਬੋਲੇ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਕਿ ਨਸ਼ਿਆਂ ਦੇ ਵਿਰੁੱਧ ਜੰਗ ਕਿਸੇ ਰਾਜਪਾਲ ਜਾਂ ਪਾਰਟੀ ਦੀ ਨਹੀਂ ਹੁੰਦੀ। ਸੂਬੇ ਦੇ ਹਰ ਨਾਗਰਿਕ ਨੂੰ ਇਹ ਸਮਝਣੀ ਹੋਏਗੀ ਆਪਣੀ ਜ਼ਿੰਮੇਵਾਰੀ। ਉਹਨੇ ਕਿਹਾ ਨਸ਼ੇ ਵਿਰੁੱਧ ਜੰਗ ਨੂੰ ਪੰਜਾਬੀਆਂ ਦੀ ਸਾਂਝੀ ਮੁਹਿੰਮ ਬਣਾਉਣ ਦੀ ਲੋੜ ਹੈ, ਤਾਂ ਮੁਹਿੰਮ ਨੂੰ ਸਿਰਫ ਸਰਕਾਰ ਤੇ ਛੱਡਣ ਦੇ ਨਾਲ ਸਫਲਤਾ ਮਿਲਣੀ ਔਖੀ ਹੈ। ਪਾਕਿਸਤਾਨ ਤੋਂ ਹੋ ਰਹੀ ਨਸ਼ਾ ਤਸਕਰੀ ਵੱਡੀ ਚੁਣੌਤੀ ਹੈ, ਇਹ ਵੀ ਗਵਰਨਰ ਦੇ ਵੱਲੋਂ ਕਿਹਾ ਗਿਆ। ਦਰਅਸਲ ਗਵਰਨਰ ਕਟਾਰੀਆ ਬਟਾਲਾ ਦੇ ਵਿੱਚ ਸੇਖੜੀ ਕਾਲਜ ਤੇ ਇੱਕ ਸਮਾਗਮ 'ਚ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਨਸ਼ੇ ਦੇ ਖਿਲਾਫ ਇਹ ਗੱਲਾਂ ਕਹੀਆਂ ਨੇ। पंजाब बने, रंगला पंजाब बने, युद्ध नशा विरुद्ध जो है वो सफल हो, तो मेरा सबसे एक ही आग्रह रहता है कि आप सब इसको अपनी जिम्मेदारी समझो। किसी एक आदमी की जिम्मेदारी पे छोड़ दोगे तो सफलता नहीं मिलेगी। न तो ये राज्यपाल का अभियान है, न किसी पार्टी का अभियान है,
कि सारे पंजाब के लोगों का अभियान बने, ताकि एक बहादुर मुल्क जो है ना, और देश को नहीं दुनिया को अन्न देकर के जिंदा रखने वाला, मेहनत करने वाला, पसीना बहा करके अनाज पैदा करने वाला, सीमा पर खून बहा करके देश की सुरक्षा करने वाला देश एक छोटी सी समस्या से घायल हो रहा है। और घायल भी इतना जबरदस्त हुआ है कि हमारी युवा पीढ़ी इसमें बहुत खतरे में आ गई है। तो एक तरह से हम कोशिश कर रहे हैं कि सब लोगों को साथ लेकर के इस अभियान को आगे बढ़ाएं।